ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਸਾਰੀ ਸੰਗਤ ਸਤਿਗੁਰੂ ਜੀ ਦੇ ਦਰਬਾਰ ਵਿੱਚ ਸੱਜ ਬੈਠੇ ਹੋ। ਆਪ ਜੀ ਨੂੰ ਜੀ ਆਇਆਂ ਨੂੰ ਆਖਦਾ ਹਾਂ। ਆਪ ਜੀ ਨੂੰ ਪਤਾ ਹੀ ਹੈ ਕਿ ਆਪਾਂ ਐਤਵਾਰ ਵਾਲੇ ਦਿਨ ਗੁਰਬਾਣੀ ਦੇ ਸਿਰਲੇਖਾਂ ਦੀ ਵਿਚਾਰ ਆਪਸ ਵਿੱਚ ਸਾਂਝੀ ਕਰ ਰਹੇ ਹਾਂ। ਉਸੇ ਹੀ ਲੜੀ ਦੇ ਤਹਿਤ ਅੱਜ ਆਪਾਂ ਰਾਮਕਲੀ ਰਾਗ ਦੇ ਅੰਦਰ ਜੋ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਆਨੰਦ ਸਾਹਿਬ ਹੈ, ਉਸ ਸਿਰਲੇਖ ਦੀ ਵਿਚਾਰ ਕਰਨੀ ਹੈ। ਅੱਜ ਦੀ ਵਿਚਾਰ ਮੈਂ ਇੱਕ ਯੂਨਾਨ ਦੀ ਦੰਦ ਕਥਾ ਹੈ ਉਹਦੇ ਨਾਲ ਸ਼ੁਰੂ ਕਰਨੀ ਚਾਹੁੰਦਾ ਹਾਂ। ਦੰਦ ਕਥਾ ਦਾ ਮਤਲਬ ਹੁੰਦਾ ਹੈ ਉਹ ਕਥਾ ਜਿਸ ਦਾ ਕੋਈ ਲਿਖਤੀ ਪ੍ਰਮਾਣ ਨਾ ਮਿਲਦਾ ਹੋਵੇ ਅਤੇ ਜਿਸ ਕਥਾ ਨੂੰ ਕਿਸੇ ਟਕਸਾਲ ਨੇ ਪ੍ਰਮਾਣਿਤ ਵੀ ਨਾ ਕੀਤਾ ਹੋਵੇ। ਉਹ ਗੱਲਾਂ ਬਾਤਾਂ ਜੋ ਅਸੀਂ ਇੱਕ ਦੂਜੇ ਤੋਂ ਸੁਣ ਕੇ ਇੱਕ ਦੂਜੇ ਨੂੰ ਅੱਗੇ ਸੁਣਾਉਂਦੇ ਹਾਂ, ਯਾਨੀ ਜਿਹੜੀ ਗੱਲ ਜ਼ੁਬਾਨੀ ਕਲਾਮੀ ਹੁੰਦੀ ਏ ਉਸ ਨੂੰ ਦੰਦ ਕਥਾ ਆਖਦੇ ਨੇ। ਸੋ ਯੂਨਾਨ ਦੀ ਇੱਕ ਦੰਦ ਕਥਾ ਬੜੀ ਹੀ ਮਸ਼ਹੂਰ ਹੈ, ਸ਼ਾਇਦ ਆਪ ਜੀ ਨੇ ਪਹਿਲਾਂ ਸੁਣੀ ਵੀ ਹੋਵੇਗੀ। ਕਹਿੰਦੇ ਨੇ ਕਿ ਜੇ ਕੋਈ ਇਨਸਾਨ ਸਵਰਗ ਵਿੱਚ ਜਾਣ ਦੀ ਇੱਛਾ ਰੱਖਦਾ ਹੋਵੇ ਤੇ ਉਹ ਯਤਨ ਕਰੇ, ਮਿਹਨਤ ਕਰੇ, ਮੁਸ਼ੱਕਤ ਕਰੇ, ਸਵਰਗ ਦੇ ਦਰਵਾਜ਼ੇ ਤੱਕ ਪਹੁੰਚ ਜਾਏ। ਦਰਵਾਜ਼ੇ ਤੇ ਇੱਕ ਦਰਬਾਨਚੀ ਖੜਾ ਹੁੰਦਾ ਹੈ, ਉਹ ਉਸ ਨੂੰ ਅੰਦਰ ਨਹੀਂ ਜਾਣ ਦਿੰਦਾ, ਉਸ ਦਰਵਾਜ਼ੇ ਤੇ ਰੋਕ ਲੈਂਦਾ ਹੈ। ਉਸ ਨੂੰ 2 ਸਵਾਲ ਪੁੱਛੇ ਜਾਂਦੇ ਨੇ। ਜੇ ਉਹਨਾਂ 2 ਸਵਾਲਾਂ ਦੇ ਜਵਾਬ ਉਹ ਹਾਂ ਵਿੱਚ ਦੇਵੇ ਤੇ ਉਸ ਨੂੰ ਅੰਦਰ ਪ੍ਰਵੇਸ਼ ਕਰਨ ਦਿੱਤਾ ਜਾਂਦਾ ਹੈ। ਜੇਕਰ ਉਹ ਹਾਂ ਵਿੱਚ ਜਵਾਬ ਨਾ ਦੇਵੇ ਤੇ ਉਹਨੂੰ ਅੰਦਰ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾਂਦਾ। ਪਹਿਲਾ ਸਵਾਲ ਇਹ ਪੁੱਛਿਆ ਜਾਂਦਾ ਹੈ ਕਿ ਕੀ ਤੂੰ ਆਪਣੀ ਜ਼ਿੰਦਗੀ ਵਿੱਚ ਕਦੀ ਆਨੰਦ ਦਾ ਅਨੁਭਵ ਕੀਤਾ ਹੈ? ਦੂਸਰਾ ਸਵਾਲ ਇਹ ਹੁੰਦਾ ਹੈ ਕਿ ਕੀ ਕਦੀ ਤੂੰ ਆਪਣੀ ਜ਼ਿੰਦਗੀ ਵਿੱਚ ਕਿਸੇ ਦੂਸਰੇ ਆਦਮੀ ਦੀ ਸਹਾਇਤਾ ਕੀਤੀ ਹੈ ਕਿ ਉਹ ਤੇਰੀ ਸਹਾਇਤਾ ਨੂੰ ਪਾ ਕੇ ਆਨੰਦ ਦਾ ਅਨੁਭਵ ਕਰ ਸਕੇ? ਇਹ 2 ਸਵਾਲ ਪੁੱਛੇ ਜਾਂਦੇ ਨੇ। ਜੇ ਉਹ ਕਹਿੰਦਾ ਹੈ ਕਿ ਹਾਂ ਮੈਂ ਜ਼ਿੰਦਗੀ ਵਿੱਚ ਆਨੰਦ ਦਾ ਅਨੁਭਵ ਵੀ ਕੀਤਾ ਹੈ ਤੇ ਮੈਂ ਕਿਸੇ ਦੂਸਰੇ ਦੀ ਸਹਾਇਤਾ ਵੀ ਕੀਤੀ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਆਨੰਦ ਮਾਣ ਸਕੇ, ਫਿਰ ਉਹਨੂੰ ਇਹ ਗੱਲ ਆਖੀ ਜਾਂਦੀ ਹੈ ਕਿ ਤੈਨੂੰ ਸਵਰਗ ਦੀ ਲੋੜ ਨਹੀਂ, ਤੂੰ ਪਹਿਲਾਂ ਹੀ ਸਵਰਗ ਵਿੱਚ ਹੈ। ਜਿਸ ਦਾ ਭਾਵ ਹੈ ਕਿ ਆਨੰਦ ਵਿੱਚ ਜ਼ਿੰਦਗੀ ਬਤੀਤ ਕਰਨਾ, ਆਨੰਦ ਵਿੱਚ ਰਹਿਣਾ ਤੇ ਦੂਸਰਿਆਂ ਦੀ ਇਹੋ ਜਿਹੀ ਸਹਾਇਤਾ ਕਰਨੀ ਕਿ ਉਹ ਵੀ ਸੁੱਖ ਨਾਲ ਜ਼ਿੰਦਗੀ ਜਿਉਣ,
ਇਸ ਤੋਂ ਵੱਡਾ ਹੋਰ ਕੋਈ ਸਵਰਗ ਨਹੀਂ ਹੁੰਦਾ। ਗੁਰਮਤਿ ਅਨੁਸਾਰ ਗੁਰਬਾਣੀ ਵਿੱਚ ਬਚਨ ਲਿਖੇ ਹੋਏ ਨੇ, ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋਊ ਰਾਦੇ। ਹਮ ਕਾਹੂ ਕੀ ਕਾਨ ਨਾ ਕੱਢਤੇ, ਆਪਣੇ ਗੁਰ ਪ੍ਰਸਾਦੇ। ਅਸੀਂ ਆਪਣੇ ਗੁਰੂ ਦੀ ਕਿਰਪਾ ਨੂੰ ਪਾ ਕੇ ਇਸ ਅਵਸਥਾ ਵਿੱਚ ਪਹੁੰਚੇ ਹਾਂ। ਨਾ ਸਾਨੂੰ ਸਵਰਗ ਦੀ ਲਾਲਸਾ ਰਹੀ ਹੈ ਕਿ ਅਸੀਂ ਸਵਰਗ ਵਿੱਚ ਜਾਣਾ ਹੈ, ਨਾ ਹੀ ਸਾਨੂੰ ਨਰਕ ਦਾ ਭੈ ਰਹਿ ਗਿਆ, ਨਰਕ ਦਾ ਡਰ ਰਹਿ ਗਿਆ ਕਿ ਸਾਡਾ ਕੀ ਬਣੇਗਾ ਜੇ ਸਾਨੂੰ ਨਰਕ ਵਿੱਚ ਪਾ ਦਿੱਤਾ ਗਿਆ। ਸੋ ਗੁਰਮਤਿ ਇਹਨਾਂ ਦੋਹਾਂ ਚੀਜ਼ਾਂ ਦਾ ਖੰਡਨ ਕਰਦੀ ਹੈ। ਨਾ ਸਵਰਗ ਵਿੱਚ ਜਾਣ ਦੀ ਇੱਛਾ ਰੱਖੋ, ਨਾ ਨਰਕ ਵਿੱਚ ਪੈਣ ਦਾ ਡਰ ਰੱਖੋ। ਸਗੋਂ ਜਿਹੜੀ ਜ਼ਿੰਦਗੀ ਸਾਨੂੰ ਮਿਲੀ ਹੈ, ਜੀਵਨ ਜਿਹੜਾ ਮਿਲਿਆ, ਇਸ ਨੂੰ ਹੀ ਸਵਰਗ ਬਣਾਓ। ਇਹਦੇ ਵਿੱਚ ਹੀ ਆਨੰਦ ਦਾ ਅਨੁਭਵ ਕਰੋ। ਇਹਦੇ ਵਿੱਚ ਆਪ ਸੁੱਖ ਨਾਲ ਜੀਵੋ, ਦੂਜਿਆਂ ਨੂੰ ਸੁੱਖ ਨਾਲ ਜੀਣ ਵਿੱਚ ਉਹਨਾਂ ਦੀ ਸਹਾਇਤਾ ਕਰੋ। ਇਸ ਤੋਂ ਪਰੇ ਹੋਰ ਕੋਈ ਸਵਰਗ ਗੁਰਮਤਿ ਨਹੀਂ ਮੰਨਦੀ। ਸੋ ਅੱਜ ਜੋ ਆਪਾਂ ਬਚਨ ਸਾਂਝੇ ਕਰਨੇ ਨੇ, ਆਨੰਦ ਦੇ ਸੰਬੰਧ ਵਿੱਚ ਹੀ ਨੇ, ਤੇ 3 ਪੁਆਇੰਟਸ ਮੈਂ ਲਏ ਨੇ। ਪਹਿਲੀ ਗੱਲ ਕਿ ਆਨੰਦ ਕੀ ਹੈ, ਆਨੰਦ ਕਿਸ ਨੂੰ ਆਖਦੇ ਨੇ। ਫਿਰ ਦੂਸਰੀ ਗੱਲ ਹੈ ਕਿ ਆਨੰਦ ਦੀ ਪ੍ਰਾਪਤੀ ਕਿਵੇਂ ਹੋਵੇ, ਆਨੰਦ ਦੀ ਪ੍ਰਾਪਤੀ ਦਾ ਸਾਧਨ ਕੀ ਹੈ, ਸਾਨੂੰ ਆਨੰਦ ਕਿਵੇਂ ਮਿਲੇ। ਫਿਰ ਅਸੀਂ ਇਸ ਬਾਣੀ ਜਿਸ ਦਾ ਨਾਮ ਆਨੰਦ ਹੈ, ਇਸ ਦਾ ਸਿਰਲੇਖ ਸਮਝ ਰਹੇ ਹਾਂ, ਤੇ ਇਸ ਬਾਣੀ ਵਿੱਚ ਕੁਝ ਸਾਨੂੰ ਸਿੱਖਿਆਵਾਂ ਦਿੱਤੀਆਂ ਗਈਆਂ ਨੇ, ਜਿਨ੍ਹਾਂ ਸਿੱਖਿਆਵਾਂ ਨੂੰ ਪਾ ਕੇ ਆਪਾਂ ਆਨੰਦ ਮਾਣ ਸਕਦੇ ਹਾਂ, ਆਨੰਦ ਵਾਲੀ ਅਵਸਥਾ ਵਿੱਚ ਪਹੁੰਚ ਸਕਦੇ ਹਾਂ। ਸੋ ਇਹ 3 ਪੁਆਇੰਟਸ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਨੀ ਹੈ। ਇਸ ਤੋਂ ਪਹਿਲਾਂ ਆਪਾਂ ਬਾਣੀ ਦਾ ਸਿਰਲੇਖ ਸਮਝ ਲਈਏ। ਰਾਗ ਹੈ ਰਾਮ ਕਲੀ, ਤੇ ਆਪਾਂ ਪਿਛਲੀ ਕਥਾ ਵਿੱਚ ਗੱਲ ਸਮਝ ਲਈ ਸੀ। ਰਾਮ ਕਲੀ ਰਾਗ ਕੀ ਹੈ, ਇਹਦੇ ਗਾਉਣ ਦਾ ਸਮਾਂ ਕੀ ਹੈ। ਇਹ ਵੀ ਸਮਝਿਆ ਸੀ ਕਿ ਜੋਗੀਆਂ ਦਾ, ਸਿੱਧਾਂ ਦਾ ਇਹ ਮਨ ਭਾਉਂਦਾ ਰਾਗ ਹੈ। ਉਹ ਬੜੇ ਪਿਆਰ ਨਾਲ ਇਸ ਰਾਗ ਨੂੰ ਗਾਉਂਦੇ ਅਤੇ ਇਸ ਰਾਗ ਨੂੰ ਸੁਣਿਆ ਕਰਦੇ ਸਨ। ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਆਪਾਂ ਪੜ੍ਹੇ ਸਨ। ਉਹਨਾਂ ਦਾ ਫੁਰਮਾਨ ਸੀ, ਰਾਮ ਕਲੀ ਰਾਮ ਮਨ ਵਸਿਆ, ਤਾਂ ਬਣਿਆ ਸ਼ਿੰਗਾਰ। ਇੱਥੇ ਸ਼ਿੰਗਾਰ ਤੋਂ ਭਾਵ ਆਪਾਂ ਸਮਝਿਆ ਸੀ ਜਿਹੜੇ ਧਾਰਮਿਕ ਲੋਕ ਨੇ, ਅਧਿਆਤਮਵਾਦੀ ਲੋਕ ਨੇ, ਉਹ ਯਤਨ ਕਰਦੇ ਨੇ ਕਿ ਉਹਨਾਂ ਦੇ ਮਨ ਵਿੱਚ ਰਾਮ ਵਸ ਜਾਏ। ਉਹਨਾਂ ਦਾ ਹਰ ਯਤਨ ਉਹਨਾਂ ਦਾ ਸ਼ਿੰਗਾਰ ਹੁੰਦਾ ਹੈ। ਉਹਨਾਂ ਦਾ ਚੌਂਕੜਾ ਲਗਾ ਕੇ ਬੈਠਣਾ ਇੱਕ ਆਸਣ ਤੇ, ਨਾਮ ਦਾ ਜਪ ਕਰਨਾ, ਸੰਸਾਰ ਵਿੱਚ ਭਲੇ ਕੰਮ ਕਰਨੇ, ਲੋਕਾਂ ਦੀ ਸੇਵਾ ਕਰਨੀ, ਸੱਚ ਦੇ ਧਾਰਨੀ ਹੋਣਾ, ਧਰਮ ਨੂੰ ਜੀਵਨ ਵਿੱਚ ਪਹਿਲ ਦੇ ਆਧਾਰ ਤੇ ਲੈਣਾ। ਇਹ ਸਾਰੇ ਕਰਮ ਅਧਿਆਤਮਵਾਦੀਆਂ ਦਾ ਸ਼ਿੰਗਾਰ ਹੁੰਦੇ ਨੇ। ਇਹ ਸ਼ਿੰਗਾਰ ਕਰਦਿਆਂ ਕਰਦਿਆਂ, ਯਾਨੀ ਇਹ ਕਰਮ ਕਮਾਉਂਦਿਆਂ ਕਮਾਉਂਦਿਆਂ, ਜਦੋਂ ਉਹਨਾਂ ਦੇ ਮਨ ਵਿੱਚ ਰਾਮ ਵਸ ਜਾਏ, ਪਰਮਾਤਮਾ ਆ ਕੇ ਨਿਵਾਸ ਕਰ ਲਵੇ, ਭਾਵੇਂ ਉਸ ਦਾ ਨਿਵਾਸ ਪਹਿਲਾਂ ਹੀ ਹੈ, ਲੇਕਿਨ ਅਜੇ ਕਿਤੇ ਪਰਦੇ ਵਿੱਚ ਹੈ। ਜਦੋਂ ਸਾਖਸ਼ਾਤ ਹੋ ਜਾਏ, ਜ਼ਾਹਰ ਹੋ ਜਾਏ, ਉਦੋਂ ਉਹਨਾਂ ਦਾ ਕੀਤਾ ਹੋਇਆ ਸ਼ਿੰਗਾਰ ਸਕਾਰਥਾ ਹੋ ਜਾਂਦਾ, ਸਫਲ ਹੋ ਜਾਂਦਾ। ਸੋ ਰਾਮ ਕਲੀ ਰਾਗ ਦਾ ਨਾਂ ਹੈ। ਮਹਿਲਾ ਤੀਜਾ।
ਇਹ ਸੰਕੇਤ ਹੈ ਕਿ ਇਹ ਬਾਣੀ ਗੁਰੂ ਅਮਰਦਾਸ ਮਹਾਰਾਜ ਤੀਸਰੇ ਸਤਿਗੁਰੂ ਜੀ ਨੇ ਲਿਖੀ ਹੈ। ਆਨੰਦ ਬਾਣੀ ਦਾ ਨਾਂ ਹੈ। ਆਪਾਂ ਇਸ ਨੂੰ ਸਤਿਕਾਰ ਨਾਲ ਆਨੰਦ ਸਾਹਿਬ ਆਖਦੇ ਹਾਂ ਜਾਂ ਆਨੰਦ ਸਾਹਿਬ ਦੀ ਬਾਣੀ ਆਖਦੇ ਹਾਂ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 917 ਤੋਂ ਆਰੰਭ ਹੁੰਦੀ ਹੈ ਤੇ 922 ਉੱਤੇ ਇਹ ਸਮਾਪਤ ਹੁੰਦੀ ਹੈ। ਇਹ ਬਾਣੀ ਸਿੱਖ ਜਗਤ ਦੇ ਅੰਦਰ ਇੱਕ ਆਪਣਾ ਨਿਵੇਕਲਾ ਸਥਾਨ ਰੱਖਦੀ ਹੈ। ਆਪਾਂ ਬਹੁਤ ਵਾਰੀ ਰਾਗੀ ਸਿੰਘਾਂ ਪਾਸੋਂ ਕੀਰਤਨ ਸੁਣਦੇ ਹਾਂ ਤੇ ਕੀਰਤਨ ਕਰਨ ਵਾਲੇ ਜਿਹੜੇ ਸਿਆਣੇ ਸੂਝਵਾਨ ਰਾਗੀ ਸਿੰਘ ਹੁੰਦੇ ਨੇ, ਉਸ ਸਮੇਂ ਦੇ ਮੁਤਾਬਕ ਤੇ ਕਿਸ ਵਾਸਤੇ ਕੀਰਤਨ ਕੀਤਾ ਜਾ ਰਿਹਾ ਹੈ, ਕਿਸ ਵਾਸਤੇ ਕੀਰਤਨ ਦਰਬਾਰ ਸਜਾਇਆ ਗਿਆ ਹੈ, ਉਸ ਘਟਨਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉਹ ਸ਼ਬਦ ਗਾਉਂਦੇ ਨੇ। ਜੇ ਮ੍ਰਿਤਕ ਪ੍ਰਾਣੀ ਦੇ ਸੰਬੰਧ ਵਿੱਚ ਆਪਾਂ ਕੀਰਤਨ ਸੁਣਦੇ ਹਾਂ ਤੇ ਇਹੋ ਜਿਹੇ ਸ਼ਬਦ ਗਾਏ ਜਾਂਦੇ ਨੇ ਜਿਹਦੇ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਮਰਨ ਦਾ ਜ਼ਿਕਰ ਆਉਂਦਾ ਹੋਵੇ ਸਰੀਰਕ ਤੌਰ ਤੇ। ਜੇ ਕੋਈ ਖੁਸ਼ੀ ਦਾ ਸਮਾਗਮ ਹੁੰਦਾ ਤੇ ਉੱਥੇ ਆਪਾਂ ਸੁਣਦੇ ਹਾਂ ਕਿ ਕੋਈ ਨਾ ਕੋਈ ਇਹੋ ਜਿਹੇ ਸ਼ਬਦ ਗਾਏ ਜਾਂਦੇ ਨੇ ਜਿਨ੍ਹਾਂ ਵਿੱਚੋਂ ਕੁਝ ਖੁਸ਼ੀ ਦਾ ਪ੍ਰਗਟਾਵਾ ਹੁੰਦਾ ਹੋਵੇ। ਲੇਕਿਨ ਆਨੰਦ ਸਾਹਿਬ ਦੀ ਬਾਣੀ ਦੀ ਵਿਲੱਖਣਤਾ ਇਹ ਮੈਂ ਆਖੀ ਏ ਕਿ ਚਾਹੇ ਸਮਾਗਮ ਖੁਸ਼ੀ ਦਾ ਹੋਵੇ, ਸਮਾਗਮ ਗਮੀ ਦਾ ਹੋਵੇ, ਹਰ ਪ੍ਰਕਾਰ ਦੇ ਸਮਾਗਮ ਤੇ ਆਨੰਦ ਸਾਹਿਬ ਦੀ ਬਾਣੀ ਜ਼ਰੂਰ ਪੜ੍ਹੀ ਜਾਂਦੀ ਹੈ। ਇਸ ਬਾਣੀ ਦੇ ਗਾਇਨ ਕਰਨ ਤੋਂ ਬਿਨਾਂ ਸਾਡਾ ਕੋਈ ਸਮਾਗਮ ਸੰਪੂਰਨ ਹੀ ਨਹੀਂ ਹੁੰਦਾ। ਤੁਸੀਂ ਵੇਖਦੇ ਹੋ ਕਿ ਜਦੋਂ ਦਰਬਾਰ ਦੀ ਸਮਾਪਤੀ ਯਾਨੀ ਸੰਪੂਰਨਤਾ ਹੁੰਦੀ ਹੈ ਕੀਰਤਨ ਦੀ, ਤੇ ਅਖੀਰ ਤੇ ਰਾਗੀ ਸਿੰਘ 6 ਪੌੜੀਆਂ ਦਾ ਗਾਇਨ ਆਨੰਦ ਸਾਹਿਬ ਜੀ ਦੇ ਵਿੱਚੋਂ ਕਰਦੇ ਨੇ। ਚਾਹੇ ਪ੍ਰੋਗਰਾਮ ਖੁਸ਼ੀ ਦਾ ਹੈ, ਚਾਹੇ ਗਮੀ ਦਾ ਹੈ। ਸੋ ਇਹ ਆਨੰਦ ਸਾਹਿਬ ਜੀ ਦੀ ਬਾਣੀ ਦੀ ਵਿਲੱਖਣਤਾ ਹੈ। ਜਦੋਂ ਆਪਾਂ ਬੱਚਿਆਂ ਦੇ ਵਿਆਹ ਕਰਦੇ ਹਾਂ, ਉਸ ਕਾਰਜ ਨੂੰ ਸਿੱਖੀ ਵਿੱਚ ਨਾਂ ਹੀ ਆਨੰਦ ਕਾਰਜ ਦਾ ਦੇ ਦਿੱਤਾ ਗਿਆ ਹੈ ਕਿ ਇਹ ਇੱਕ ਬੜਾ ਖੁਸ਼ੀ ਦਾ ਕੰਮ ਹੈ, ਬੜਾ ਮੁਬਾਰਕ ਕਾਰਜ ਹੋ ਰਿਹਾ ਹੈ। ਬੱਚਿਆਂ ਦੇ ਜੀਵਨ ਦਾ ਇੱਕ ਅਹਿਮ ਕੰਮ ਹੈ ਜਿਹੜਾ ਕੀਤਾ ਜਾ ਰਿਹਾ ਹੈ, ਉਸ ਨੂੰ ਨਾਮ ਹੀ ਆਨੰਦ ਕਾਰਜ ਦਾ ਦੇ ਦਿੱਤਾ ਗਿਆ। ਇਸ ਆਨੰਦ ਬਾਣੀ ਦੇ ਸੰਬੰਧ ਵਿੱਚ ਇੱਕ ਛੋਟੀ ਜਿਹੀ ਕਥਾ ਪ੍ਰਚਲਿਤ ਹੈ। ਇੱਕ ਸਿੱਖ ਗੁਰੂ 10ਵੇਂ ਪਾਤਸ਼ਾਹ ਜੀ ਦੇ ਵੇਲੇ ਗੁਰਬਾਣੀ ਦਾ ਪਾਠ ਸਿੱਖ ਰਿਹਾ ਸੀ। ਉਸ ਨੂੰ ਆਪਾਂ ਸੰਥਿਆ ਕਰਨਾ ਆਖਦੇ ਹਾਂ। ਗੁਰਬਾਣੀ ਦੀ ਸੰਥਿਆ ਲੈ ਰਿਹਾ ਸੀ। ਉਹ ਬਾਣੀ ਦਾ ਪਾਠ ਕਰਦਿਆਂ ਕਰਦਿਆਂ ਇਸ ਥਾਂ ਤੇ ਪਹੁੰਚਿਆ ਜਿੱਥੇ ਆਨੰਦ ਸਾਹਿਬ ਜੀ ਦੀ ਬਾਣੀ ਸ਼ੁਰੂ ਹੋਈ ਤੇ ਪਹਿਲੀ ਪੰਕਤੀ ਹੀ ਪੜ੍ਹੀ ਗਈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮੈਨੂੰ ਆਨੰਦ ਦੀ ਪ੍ਰਾਪਤੀ ਹੋ ਗਈ ਹੈ, ਆਨੰਦ ਮਿਲ ਗਿਆ ਹੈ ਕਿਉਂਕਿ ਮੈਨੂੰ ਸਤਿਗੁਰੂ ਮਿਲ ਗਿਆ ਹੈ। ਅੱਗੇ ਆਪਾਂ ਸਮਝਣਾ ਹੈ ਕਿ ਆਨੰਦ ਦੀ ਪ੍ਰਾਪਤੀ ਦਾ ਸਾਧਨ ਜਿਹੜਾ ਹੈ ਉਹ ਕੇਵਲ ਤੇ ਕੇਵਲ ਗੁਰੂ ਹੈ, ਹੋਰ ਕੋਈ ਸਾਧਨ ਨਹੀਂ ਹੈ ਇਸ ਦਾ। ਜਦੋਂ ਸਤਿਗੁਰੂ ਮਿਲ ਪਵੇ, ਸਤਿਗੁਰੂ ਦੇ ਬਚਨਾਂ ਤੇ ਅਮਲ ਕੀਤਾ ਜਾਏ ਤੇ ਫਿਰ ਸਹਿਜੇ ਸਹਿਜੇ ਸਾਨੂੰ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਸਿੱਖ ਜਦੋਂ ਇਸ ਪੰਕਤੀ ਤੇ ਪਹੁੰਚਿਆ ਤੇ ਉਸ ਨੇ ਅੱਗੇ ਬਾਣੀ ਪੜ੍ਹਨ ਤੋਂ ਨਾ ਕਰ ਦਿੱਤੀ ਕਿ ਹੁਣ ਇਸ ਤੋਂ ਅੱਗੇ ਮੈਂ ਬਾਣੀ ਨਹੀਂ ਪੜਾਂਗਾ। ਬਾਣੀ ਪੜਾਉਣ ਵਾਲੇ ਨੇ ਪੁੱਛਿਆ
ਵੀ ਤੂੰ ਬਾਣੀ ਇਸ ਤੋਂ ਅੱਗੇ ਕਿਉਂ ਨਹੀਂ ਪੜ੍ਹੇਂਗਾ। ਉਹਨੇ ਆਖਿਆ 2 ਚੀਜ਼ਾਂ ਦੀ ਜ਼ਿੰਦਗੀ 'ਚ ਲੋੜ ਹੁੰਦੀ, ਉਹ ਦੋਵੇਂ ਹੀ ਮਿਲ ਗਈਆਂ ਨੇ। ਗੁਰੂ ਵੀ ਮੈਨੂੰ ਮਿਲ ਗਿਆ ਹੈ ਤੇ ਗੁਰੂ ਦੀ ਕਿਰਪਾ ਸਦਕਾ ਆਨੰਦ ਵੀ ਮੈਂ ਪਾ ਲਿਆ ਹੈ। ਹੁਣ ਫਿਰ ਇਸ ਤੋਂ ਅੱਗੇ ਕੀ ਪੜ੍ਹਨਾ ਹੈ। ਆਪਾਂ ਕਈ ਵਾਰੀ ਵੇਖਦੇ ਹਾਂ ਕਿ ਕਈ ਸੱਜਣ ਪਿਆਰੇ ਇੱਕ ਪਾਠ ਨੂੰ ਸੈਂਕੜੇ ਵਾਰੀ ਪੜ੍ਹਦੇ ਨੇ। ਉਹਨਾਂ ਨੂੰ ਮੁਬਾਰਕ ਹੋਵੇ, ਪੜ੍ਹਨਾ ਚਾਹੀਦਾ ਹੈ। ਮੈਂ ਨਹੀਂ ਕਹਿੰਦਾ ਕਿ ਨਹੀਂ ਪੜ੍ਹਨਾ, ਲੇਕਿਨ ਵੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਅਸੀਂ ਬਾਰ-ਬਾਰ ਕਿਸੇ ਚੀਜ਼ ਨੂੰ ਪੜ੍ਹੀ ਜਾ ਰਹੇ ਹਾਂ ਕਿ ਉਹਦੇ ਵਿੱਚ ਦਿੱਤੀਆਂ ਹੋਈਆਂ ਸਿੱਖਿਆਵਾਂ, ਉਹਦੇ ਵਿੱਚ ਸਮਝਾਏ ਗਏ ਜੀਵਨ ਦੇ ਅਸੂਲ ਸਾਡੇ ਤੇ ਘਟਦੇ ਨੇ। ਅਸੀਂ ਉਹਨਾਂ ਨੂੰ ਜੀਵਨ 'ਚ ਅਪਣਾ ਲਿਆ ਹੈ ਕਿ ਨਹੀਂ ਅਪਣਾ ਲਿਆ। ਇਹ ਗੱਲ ਬੜੀ ਜ਼ਰੂਰੀ ਵੇਖਣ ਵਾਲੀ ਹੁੰਦੀ ਹੈ। ਕੇਵਲ ਉਸ ਨੂੰ ਪੜ੍ਹੀ ਜਾਣਾ, ਭਾਵੇਂ ਮੈਂ ਇਸ ਨੂੰ ਵੀ ਚੰਗਾ ਕਰਮ ਸਮਝਦਾ ਹਾਂ, ਲੇਕਿਨ ਉਸ ਨੂੰ ਸਮਝਣਾ ਨਾ, ਉਹਦੇ ਉੱਤੇ ਅਮਲ ਨਾ ਕਰਨਾ, ਇਸ ਤਰ੍ਹਾਂ ਕਰਨ ਨਾਲ ਸਾਨੂੰ ਬਾਣੀ ਪੜ੍ਹਨ ਦਾ ਪੂਰਾ ਲਾਭ ਨਹੀਂ ਹਾਸਲ ਹੁੰਦਾ। ਲਾਭ ਤਾਂ ਮਿਲਦਾ ਹੈ, ਜਿੰਨਾ ਵਕਤ ਅਸੀਂ ਬਾਣੀ ਦੇ ਪਾਠ ਵਿੱਚ ਲਾਉਂਦੇ ਹਾਂ, ਓਨਾ ਚਿਰ ਸਾਡਾ ਮਨ ਕੁਛ ਨਾ ਕੁਛ ਚੰਗਾ ਸੋਚਦਾ ਹੈ, ਕੁਛ ਨਾ ਕੁਛ ਉਹਦੇ ਵਿੱਚ ਕੋਈ ਭਲਾਈ ਦੇ ਗੁਣ ਪੈਦਾ ਹੁੰਦੇ ਨੇ। ਲੇਕਿਨ ਜੇ ਬਾਣੀ ਨੂੰ ਸਮਝਿਆ ਜਾਏ, ਵਿਚਾਰਿਆ ਜਾਏ, ਉਸ ਉੱਤੇ ਅਮਲ ਕੀਤਾ ਜਾਏ, ਤੇ ਸ਼ਾਇਦ ਫਿਰ ਬਾਰ-ਬਾਰ ਪੜ੍ਹਨ ਦੀ ਲੋੜ ਨਾ ਰਹਿ ਜਾਏ। ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਸਾਨੂੰ ਅਮਲ ਕਰਨਾ ਚਾਹੀਦਾ ਬਾਣੀ ਪੜ੍ਹ ਕੇ, ਸੁਣ ਕੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਬਾਣੀ ਦੀ ਸ਼ੁਰੂਆਤ ਕੀਤੀ ਹੈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਤੇ ਇਸ ਬਾਣੀ ਦੀ ਅਖੀਰਲੀ ਪੰਕਤੀ ਏ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਇਹ 2 ਪੰਕਤੀਆਂ ਦੇ ਵਿੱਚ ਪੂਰਾ ਆਨੰਦ ਸਾਹਿਬ ਦਾ ਪਾਠ ਬੰਨਿਆ ਹੋਇਆ, ਬੰਦ ਕੀਤਾ ਹੋਇਆ। ਆਪਾਂ ਵੇਖਣਾ ਇਹ ਹੈ ਕਿ ਕੀ ਸਾਨੂੰ ਸਤਿਗੁਰੂ ਮਿਲਿਆ। ਜਿਸ ਕਿਸੇ ਮਨੁੱਖ ਨੂੰ ਸਤਿਗੁਰੂ ਮਿਲ ਪਵੇ, ਉਹਦਾ ਜੀਵਨ ਬਦਲ ਜਾਂਦਾ ਹੈ ਜੀ। ਉਹਦਾ ਜੀਵਨ ਪਹਿਲੇ ਵਰਗਾ ਨਹੀਂ ਰਹਿ ਜਾਂਦਾ। ਜੇ ਆਪਣੇ ਜੀਵਨ ਵਿੱਚ ਤਬਦੀਲੀ ਆ ਰਹੀ ਹੈ ਜਾਂ ਆਈ ਹੈ, ਤੇ ਮੰਨ ਲੈਣਾ ਚਾਹੀਦਾ ਕਿ ਅਸੀਂ ਸਤਿਗੁਰੂ ਦੇ ਹੌਲੀ-ਹੌਲੀ ਨੇੜੇ ਹੋ ਰਹੇ ਹਾਂ। ਜੇ ਜੀਵਨ ਵਿੱਚ ਤਬਦੀਲੀ ਨਹੀਂ ਆਉਂਦੀ, ਤੇ ਫਿਰ ਅਸੀਂ ਗੁਰੂ ਦੇ ਨੇੜੇ ਹੋ ਕੇ ਵੀ ਗੁਰੂ ਤੋਂ ਦੂਰ ਹੁੰਦੇ ਹਾਂ। ਇਹ ਗੱਲ ਧਿਆਨ ਮੰਗਦੀ ਹੈ। ਸਤਿਗੁਰੂ ਮਿਲੇਗਾ, ਜੀਵਨ ਵਿੱਚ ਆਨੰਦ ਆ ਜਾਏਗਾ। ਆਨੰਦ ਕੀ ਹੈ, ਆਪਾਂ ਇਸ ਨੂੰ ਸਮਝਦੇ ਹਾਂ। ਇਸ ਬਾਣੀ ਦੀ ਅਖੀਰਲੀ ਪੰਕਤੀ ਹੈ, ਬਿਨਵੰਤ ਨਾਨਕ, ਭਾਵ ਗੁਰੂ ਅਮਰਦਾਸ ਮਹਾਰਾਜ ਜੀ ਬੇਨਤੀ ਕਰਦੇ ਹਨ, ਬਚਨ ਕਰਦੇ ਹਨ, ਗੁਰ ਚਰਨ ਲਾਗੇ। ਜਿਹੜੇ ਆਪਣੇ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਨੇ। ਆਪਾਂ ਬਹੁਤ ਵਾਰੀ ਸਮਝਿਆ ਚਰਨਾਂ ਨਾਲ ਜੁੜਨਾ ਪੈਰਾਂ ਨਾਲ ਜੁੜਨਾ ਨਹੀਂ ਹੁੰਦਾ। ਚਰਨਾਂ ਨਾਲ ਜੁੜਨਾ ਹੁੰਦਾ ਹੈ ਗੁਰੂ ਦੇ ਉਪਦੇਸ਼ ਨਾਲ ਜੁੜਨਾ। ਗੁਰ ਚਰਨ ਲਾਗੇ, ਜਿਹੜੇ ਮਨੁੱਖ ਗੁਰੂ ਦੇ ਉਪਦੇਸ਼ ਨਾਲ ਜੁੜ ਜਾਂਦੇ ਨੇ, ਗੁਰੂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾ ਲੈਂਦੇ ਨੇ, ਉਹਨਾਂ ਦੀ ਅਵਸਥਾ ਕੀ ਬਣਦੀ ਏ? ਵਾਜੇ ਅਨਹਦ ਤੂਰੇ। ਆਪਾਂ ਪਿੱਛੇ ਜਿਹੇ ਇੱਕ ਦਿਨ ਗੱਲ ਕਰਦੇ ਸਾਂ ਕਿ ਜਦੋਂ ਮਨੁੱਖ, ਜਿਹੜੇ ਸਾਡੇ ਸਰੀਰ ਦੇ 6 ਚੱਕਰ ਨੇ, ਜਦੋਂ ਉਹ ਅਨਹਦ ਚੱਕਰ ਤੇ ਆਉਂਦਾ, ਜਿਸ ਨੂੰ ਅਨਾਹਤ ਚੱਕਰ ਵੀ ਆਖਦੇ ਨੇ, ਸਿਮਰਨ ਭਜਨ ਕਰਦਿਆਂ ਕਰਦਿਆਂ ਜਦੋਂ ਉਹਦਾ ਮਨ ਉਸ ਜਗ੍ਹਾ ਤੇ ਟਿਕਦਾ ਏ, ਉਦੋਂ ਅਨਹਦ ਸ਼ਬਦ ਅੰਦਰ ਵੱਜਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਜੀ ਜਿੰਨੇ ਭੈਣ ਭਰਾ ਸੰਗਤ ਵਿੱਚ ਆ ਕੇ ਬੈਠਦੇ ਜੇ, ਬੜੇ ਪਿਆਰ ਨਾਲ ਗੱਲਬਾਤ ਸੁਣਦੇ ਜੇ ਤੇ ਤੁਹਾਡੇ ਅੰਦਰ ਅਨਹਦ ਸ਼ਬਦ ਸ਼ੁਰੂ ਹੋਇਆ ਤੇ ਤੁਸੀਂ ਵਧਾਈ ਦੇ ਪਾਤਰ ਹੋ। ਜੇ ਨਹੀਂ ਹੋਇਆ ਤੇ ਕੋਸ਼ਿਸ਼ ਕਰ ਵੇਖੋ।
ਇਹ ਜ਼ਰੂਰ ਕਰਨਾ ਪੈਂਦਾ ਹੈ ਜੀ, ਆਪਣੇ ਆਪ ਨਹੀਂ ਜੇ ਹੁੰਦਾ। ਅੱਗੇ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਕਰਨਾ ਕੀ ਪੈਂਦਾ ਹੈ। ਕਰਨ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਤੁਹਾਡੇ ਸਾਹਮਣੇ ਪਰਿਵਾਰ ਦੇ ਜੀਆਂ ਨੇ, ਬੱਚਿਆਂ ਨੇ ਭੋਜਨ ਦਾ ਥਾਲ ਪਰੋਸ ਕੇ ਰੱਖ ਦਿੱਤਾ ਹੋਵੇ, ਉਸ ਤੋਂ ਬਾਅਦ ਵੀ ਖਾਣ ਲਈ ਤੁਹਾਨੂੰ ਕੁਝ ਕਰਨਾ ਪੈਂਦਾ ਹੈ। ਉਹਦੇ ਨਾਲ ਤ੍ਰਿਪਤੀ ਨਹੀਂ ਹੁੰਦੀ, ਉਹਦੇ ਨਾਲ ਰੱਜ ਨਹੀਂ ਜਾਈਦਾ ਕਿ ਭੋਜਨ ਦਾ ਥਾਲ ਮੇਰੇ ਅੱਗੇ ਆ ਗਿਆ ਤੇ ਮੈਂ ਰੱਜ ਗਿਆ। ਇਸ ਤਰ੍ਹਾਂ ਨਹੀਂ ਹੁੰਦਾ। ਤੁਹਾਨੂੰ ਰੋਟੀ ਤੋੜਨੀ ਪੈਂਦੀ ਹੈ, ਸਬਜ਼ੀ ਲਾਉਣੀ ਪੈਂਦੀ ਹੈ, ਮੂੰਹ ਵਿੱਚ ਰੱਖ ਕੇ ਉਹਨੂੰ ਚਬਾਉਣਾ ਪੈਂਦਾ ਹੈ, ਫਿਰ ਅੰਦਰ ਲਿਜਾਣੀ ਪੈਂਦੀ ਹੈ। ਇਹ ਸਾਰੀ ਕਿਰਿਆ ਸਾਨੂੰ ਖੁਦ ਨੂੰ ਕਰਨੀ ਪੈਂਦੀ ਹੈ। ਇਹ ਕਿਰਿਆ ਕਰ ਲੈਣ ਤੋਂ ਬਾਅਦ ਅਸੀਂ ਕੁਝ ਨਹੀਂ ਕਰਨਾ ਹੁੰਦਾ, ਫਿਰ ਕਰਨ ਵਾਲੇ ਦੀ ਆਪਣੀ ਉਹਦੇ ਤੇ ਨਿਰਭਰ ਕਰਦਾ ਹੈ। ਅੰਦਰ ਫਿਰ ਉਹ ਸਾਡੇ ਭੋਜਨ ਚਲਾ ਗਿਆ, ਉਹਦਾ ਖੂਨ ਬਣਨਾ ਹੈ, ਉਹਦਾ ਬਹੁਤ ਕੁਝ ਬਣਨਾ ਹੈ ਅੰਦਰ। ਉਹਨੇ ਆਪੋ ਆਪਣੀ ਥਾਂ ਤੇ ਪਹੁੰਚਣਾ ਹੈ। ਉਹ ਕੰਮ ਆਪਾਂ ਨਹੀਂ ਕਰਦੇ, ਉਹ ਕੁਦਰਤ ਕਰਦੀ ਹੈ, ਸਿਸਟਮ ਕਰਦਾ ਸਾਡੇ ਸਰੀਰ ਦਾ। ਇਸੇ ਤਰ੍ਹਾਂ ਸਾਨੂੰ ਅਨਹਦ ਸ਼ਬਦ ਨੂੰ ਸੁਣਨ ਲਈ ਪਹਿਲਾਂ ਕੁਝ ਯਤਨ ਕਰਨਾ ਪੈਣਾ ਹੈ। ਕੋਈ ਮਿਹਨਤ ਮਸ਼ੱਕਤ, ਕੋਈ ਕੋਸ਼ਿਸ਼ ਕਰਨੀ ਪੈਣੀ ਹੈ। ਉਹ ਆਪਾਂ ਕਰ ਲਵਾਂਗੇ। ਮਾਨੋ ਅਸੀਂ ਭੋਜਨ ਤਿਆਰ ਕਰਕੇ ਖਾ ਲਿਆ, ਚਬਾ ਲਿਆ, ਸਾਰਾ ਕਾਰਜ ਹੋ ਗਿਆ। ਹੁਣ ਇਸ ਤੋਂ ਅਗਲਾ ਕੰਮ ਜਿਹੜਾ ਉਹ ਕੁਦਰਤ ਦਾ ਹੈ, ਗੁਰੂ ਦਾ ਹੈ, ਪਰਮਾਤਮਾ ਦਾ ਹੈ। ਜਦੋਂ ਅਨਹਦ ਸ਼ਬਦ ਸੁਣਨਾ ਸ਼ੁਰੂ ਹੋ ਜਾਏ, ਉਸ ਤੋਂ ਬਾਅਦ ਸਾਰੀ ਕਾਰਜ ਵਿਧੀ ਜਿਹੜੀ ਹੈ ਗੁਰੂ ਦੇ ਤੇ ਰੱਬ ਦੇ ਹੱਥ ਚਲੀ ਜਾਂਦੀ ਹੈ। ਫਿਰ ਸਾਡੇ ਹੱਥ ਕੁਝ ਨਹੀਂ ਰਹਿੰਦਾ। ਫਿਰ ਆਪਾਂ ਸਿਰਫ ਉਹਦੇ ਵਿੱਚ ਆਪਣਾ ਧਿਆਨ ਲਗਾ ਕੇ, ਸੁਰਤ ਜੋੜ ਕੇ ਬੈਠਣਾ ਹੀ ਹੁੰਦਾ ਹੈ। ਜਿਹੜੇ ਗੁਰੂ ਦੇ ਚਰਨਾਂ ਨਾਲ ਜੀ ਲੱਗ ਜਾਂਦੇ ਨੇ, ਗੁਰੂ ਅਮਰਦਾਸ ਮਹਾਰਾਜ ਆਖਦੇ ਨੇ, ਉਹਨਾਂ ਦੇ ਅੰਦਰ ਵਾਜੇ ਅਨਹਦ ਤੂਰੇ। ਤੂਰ ਦਾ ਮਤਲਬ ਹੁੰਦਾ ਹੈ ਬੜੀ ਉੱਚੀ ਆਵਾਜ਼ ਵਿੱਚ ਕਿਸੇ ਵਾਜੇ ਦਾ ਵੱਜਣਾ। ਉਹ ਜਿਹੜੇ ਅਨਹਦ ਸ਼ਬਦ ਨੇ ਬੜੀ ਉੱਚੀ ਆਵਾਜ਼ ਵਿੱਚ ਸਾਡੇ ਸਰੀਰ ਦੇ ਅੰਦਰ ਗੂੰਜਣੇ ਸ਼ੁਰੂ ਹੋ ਜਾਂਦੇ ਨੇ ਤੇ ਉਹਨਾਂ ਵਿੱਚ ਫਿਰ ਸੁਰਤ ਸਹਿ ਸੁਭਾਏ ਜੁੜਨੀ ਸ਼ੁਰੂ ਹੋ ਜਾਂਦੀ ਹੈ, ਟਿਕਣੀ ਸ਼ੁਰੂ ਹੋ ਜਾਂਦੀ ਹੈ। ਸੋ ਇਹ ਹੈ ਜੀ ਬਾਣੀ ਦਾ ਮੁੱਖ ਭਾਵ। ਅੱਗੇ ਆਪਾਂ ਸਮਝਦੇ ਹਾਂ ਕਿ ਆਨੰਦ ਕੀ ਹੈ। ਇਸ ਬਾਣੀ ਦਾ ਨਾਮ ਵੀ ਆਨੰਦ ਹੈ। ਤੇ ਆਨੰਦ ਹੈ ਕੀ ਅਸਲ ਵਿੱਚ? ਇੱਕ ਸ਼ਬਦ ਹੁੰਦਾ ਹੈ ਜੀ ਅਨੁਭੂਤੀ। ਉਹਦਾ ਗੁਰਮੁਖੀ ਦਾ ਅਰਥ ਹੁੰਦਾ ਹੈ ਅਨੁਭਵ। ਤੇ ਅਨੁਭਵ ਦਾ ਮਤਲਬ ਇਹ ਹੁੰਦਾ ਹੈ ਕਿ ਜੋ ਅਸੀਂ ਆਪਣੇ ਗਿਆਨ ਤੇ ਕਰਮ ਇੰਦਰੀਆਂ ਦੁਆਰਾ ਸਾਖਸ਼ਾਤ ਕਰ ਲਿਆ ਹੋਵੇ, ਹੋ ਗਿਆ ਹੋਵੇ, ਉਸ ਨੂੰ ਅਨੁਭਵ ਆਖਦੇ ਨੇ ਜਾਂ ਅਨੁਭੂਤੀ ਆਖਦੇ ਨੇ। ਇਹ ਜੀ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਨੇ। ਇੱਕ ਅਨੁਭਵ ਹੁੰਦਾ ਹੈ ਸਰੀਰ ਦੇ ਤਲ ਤੇ, ਇੱਕ ਅਨੁਭਵ ਹੁੰਦਾ ਹੈ ਮਨ ਦੇ ਤਲ ਤੇ, ਤੀਸਰਾ ਜਿਹੜਾ ਅਨੁਭਵ ਹੈ ਉਹ ਆਤਮ ਦੇ ਤਲ ਤੇ ਹੁੰਦਾ ਹੈ। ਜਿਹੜਾ ਸਰੀਰਕ ਤੇ ਮਾਨਸਿਕ ਅਨੁਭਵ ਹੈ ਇਹ ਬਾਹਰੋਂ ਹੁੰਦਾ ਹੈ, ਇਹ ਅੰਦਰੋਂ ਨਹੀਂ ਹੁੰਦਾ। ਜਿਹੜਾ ਆਤਮਕ ਅਨੁਭਵ ਹੈ ਇਹ ਅੰਦਰੋਂ ਹੁੰਦਾ, ਇਹ ਬਾਹਰੋਂ ਨਹੀਂ ਹੁੰਦਾ। ਇਹ ਗੱਲ ਧਿਆਨ ਵਿੱਚ ਰੱਖਣ ਵਾਲੇ ਜੀ ਨੋਟ ਕਰ ਲੈਣਾ, ਤਾਂ ਕਿ ਜੇ ਸੱਚੀ ਮੁੱਚੀ ਤੁਹਾਡਾ ਮਨ ਹੈ ਕਿ ਅਸੀਂ ਅੰਦਰ ਜਾਣਾ ਹੈ, ਅਸੀਂ ਆਪਣੇ ਪਿਆਰੇ ਦੇ ਨਾਲ ਮਿਲਾਪ ਹਾਸਲ ਕਰਨਾ ਹੈ, ਤੇ ਫਿਰ ਇਹ ਚੀਜ਼ਾਂ, ਇਹ ਪੁਆਇੰਟ ਬੜੇ ਜ਼ਰੂਰੀ ਨੇ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਸੱਚਮੁੱਚ ਅਧਿਆਤਮ ਮਾਰਗ ਤੇ ਚੱਲ ਕੇ ਅੱਗੇ ਵਧਣਾ ਹੈ। ਤੇ ਜਿਨ੍ਹਾਂ ਨੇ ਕੇਵਲ ਕੰਨ ਰਸ ਲੈਣਾ ਉਹਨਾਂ ਲਈ ਇਹ ਕੋਈ ਜ਼ਰੂਰੀ ਨਹੀਂ। ਉਹ ਸੁਣਨ ਨਾ ਸੁਣਨ, ਬੈਠਣ ਨਾ ਬੈਠਣ, ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣ ਵਾਲਾ। ਸੋ ਪਹਿਲੀ ਗੱਲ, ਸਾਡਾ ਜਿਹੜਾ ਸਰੀਰਕ ਅਨੁਭਵ ਤੇ ਮਨ ਦਾ ਅਨੁਭਵ ਹੈ ਇਹ ਬਾਹਰੋਂ ਆਉਂਦਾ ਹੈ। ਇਹ ਦੋ ਤਰ੍ਹਾਂ ਦਾ ਹੁੰਦਾ, ਸੁੱਖ ਦਾ ਅਨੁਭਵ ਤੇ ਦੁੱਖ ਦਾ ਅਨੁਭਵ।
ਸਾਨੂੰ ਕੋਈ ਸਾਡੇ ਮਿੱਤਰ ਪਿਆਰੇ ਸੱਜਣ ਪੁਰਸ਼ ਮਿਲ ਜਾਣ, ਅਸੀਂ ਉਹਨਾਂ ਨੂੰ ਮਿਲ ਕੇ ਸੁੱਖ ਅਨੁਭਵ ਕਰਦੇ ਹਾਂ, ਖੁਸ਼ੀ ਅਨੁਭਵ ਕਰਦੇ ਹਾਂ। ਉਹਨਾਂ ਦਾ ਚਿਰ ਵਿਛੋੜਾ ਸਾਨੂੰ ਦੁੱਖ ਦਾ ਅਨੁਭਵ ਮਹਿਸੂਸ ਕਰਾਉਂਦਾ ਹੈ। ਇਸੇ ਤਰ੍ਹਾਂ ਸੰਸਾਰ ਦੇ ਅੰਦਰ ਵਿਚਰਦਿਆਂ ਸਾਡਾ ਕੋਈ ਨੁਕਸਾਨ ਹੋ ਜਾਏ, ਸਾਨੂੰ ਕੋਈ ਲਾਭ ਹੋ ਜਾਏ, ਸਾਨੂੰ ਕੋਈ ਆਰਥਿਕ ਤੌਰ ਤੇ ਲਾਭ ਹੋਵੇ, ਆਰਥਿਕ ਤੌਰ ਤੇ ਨੁਕਸਾਨ ਹੋਵੇ, ਪਰਿਵਾਰਕ ਤੌਰ ਤੇ ਕੋਈ ਜੀ ਚਲਾ ਜਾਏ ਜਾਂ ਜੀ ਪਰਿਵਾਰ ਵਿੱਚ ਨਵਾਂ ਪੈਦਾ ਹੋ ਜਾਏ, ਇਹ ਦੋਵੇਂ ਹੀ ਹਾਲਤਾਂ ਬਾਹਰ ਦੀਆਂ ਨੇ ਜੀ, ਅੰਦਰ ਦੀ ਕੋਈ ਵੀ ਨਹੀਂ ਇਹਨਾਂ ਦੋਵਾਂ ਵਿੱਚੋਂ। ਸਾਨੂੰ ਪ੍ਰਾਪਤੀ ਜਦੋਂ ਹੁੰਦੀ ਹੈ, ਸੁੱਖ ਮਹਿਸੂਸ ਹੁੰਦਾ ਹੈ। ਜਦੋਂ ਅਪ੍ਰਾਪਤੀ ਹੁੰਦੀ ਹੈ ਜਾਂ ਸਾਡਾ ਕੋਈ ਨੁਕਸਾਨ ਹੁੰਦਾ ਹੈ, ਉਦੋਂ ਸਾਨੂੰ ਦੁੱਖ ਦਾ ਅਨੁਭਵ ਹੁੰਦਾ ਹੈ। ਸੋ ਇਹ ਦੋਵੇਂ ਚੀਜ਼ਾਂ ਸਾਨੂੰ ਬਾਹਰੋਂ ਪ੍ਰਾਪਤ ਹੁੰਦੀਆਂ ਨੇ, ਅੰਦਰੋਂ ਨਹੀਂ ਹੁੰਦੀਆਂ। ਵੈਸੇ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਹੜੀ ਮੈਨੂੰ ਖੁਸ਼ੀ ਅੰਦਰੋਂ ਹੋ ਰਹੀ ਹੈ ਮਾਨਸਿਕ ਤੌਰ ਤੇ, ਉਹ ਅਸਲ 'ਚ ਅੰਦਰੋਂ ਨਹੀਂ ਹੋ ਰਹੀ ਹੁੰਦੀ। ਅਸੀਂ ਮਹਿਸੂਸ ਅੰਦਰੋਂ ਕਰ ਰਹੇ ਹੁੰਦੇ ਹਾਂ, ਉਹ ਆਈ ਬਾਹਰੋਂ ਹੁੰਦੀ ਹੈ। ਕੋਈ ਖੁਸ਼ੀ ਦੀ ਖਬਰ ਮਿਲੀ ਤਾਂ ਮਨ ਖੁਸ਼ ਹੋ ਗਿਆ, ਕਿਸੇ ਨੇ ਆਖਿਆ ਕਿ ਤੂੰ ਲਾਟਰੀ ਪਾਈ ਸੀ, ਤੇਰੀ ਨਿਕਲ ਆਈ, ਮਨ ਖੁਸ਼ ਹੋ ਗਿਆ। ਉਹ ਆਈ ਖੁਸ਼ੀ ਬਾਹਰੋਂ ਹੀ, ਅੰਦਰੋਂ ਨਹੀਂ ਆਈ। ਸੋ ਇਹ ਜਿਹੜੀ ਅਨੁਭੂਤੀ ਹੈ ਨਾ ਜੀ, ਬਾਹਰ ਦੀ, ਮਨ ਦੀ ਤੇ ਸਰੀਰ ਦੀ, ਇਹ ਬਾਹਰੋਂ ਹੁੰਦੀ ਹੈ। ਤੀਸਰਾ ਅਨੁਭਵ ਹੁੰਦਾ ਹੈ ਆਤਮਾ ਦੇ ਤਲ ਤੇ, ਉਹ ਬਾਹਰੋਂ ਨਹੀਂ ਜੀ ਹੁੰਦਾ, ਉਹ ਕੇਵਲ ਤੇ ਕੇਵਲ ਅੰਦਰੋਂ ਹੁੰਦਾ ਹੈ। ਇਹ ਜਿਹੜਾ ਆਨੰਦ ਸ਼ਬਦ ਹੈ, ਜਦੋਂ ਤੁਸੀਂ ਸਤ ਚਿੱਤ ਆਨੰਦ ਪਰਮਾਤਮਾ ਬਾਰੇ ਸੁਣਦੇ ਹੋ, ਬਿਲਕੁਲ ਉਹੋ ਹੀ ਉਸੇ ਦਾ ਹੀ ਰੂਪ ਹੈ ਆਨੰਦ। ਪਰਮਾਤਮਾ ਆਨੰਦ ਸਵਰੂਪ ਹੈ, ਉਹ ਸਤ ਚਿੱਤ ਆਨੰਦ ਹੈ, ਉਹ ਸਦੀਵ ਰਹਿਣ ਵਾਲਾ ਹੈ, ਉਹ ਚੇਤਨਤਾ ਵਿੱਚ ਸਮਰੱਥ ਹੈ, ਉਹ ਆਨੰਦਮਈ ਹੈ। ਜਦੋਂ ਕਿਸੇ ਮਨੁੱਖ ਦੇ ਅੰਦਰ ਸੁੱਖ ਤੇ ਦੁੱਖ ਦੀਆਂ ਦੋਵੇਂ ਹੀ ਭਾਵਨਾਵਾਂ ਤੋਂ ਮਨ ਉੱਚਾ ਉੱਠ ਜਾਏ, ਉਹਨੂੰ ਨਾ ਸੁੱਖ ਸੁਖੀ ਕਰ ਸਕੇ ਤੇ ਨਾ ਦੁੱਖ ਦੁਖੀ ਕਰ ਸਕੇ, ਉਦੋਂ ਇਹ ਤੀਸਰੀ ਅਵਸਥਾ ਆਪਣੇ ਆਪ ਸਫੁੱਟ ਹੋ ਜਾਂਦੀ ਹੈ ਅੰਦਰੋਂ, ਉਹਨੂੰ ਕਰਨਾ ਨਹੀਂ ਪੈਂਦਾ। ਜਦੋਂ ਕਿਸੇ ਬੰਦੇ ਨੂੰ ਨਾ ਸੁੱਖ ਦਾ ਅਨੁਭਵ ਹੋ ਰਿਹਾ ਹੈ, ਨਾ ਦੁੱਖ ਦਾ ਅਨੁਭਵ ਹੋ ਰਿਹਾ ਹੈ, ਉਦੋਂ ਜੋ ਬਾਕੀ ਬਚੇਗਾ ਉਹ ਕੀ ਰਹਿ ਜਾਏਗਾ? ਉਹ ਬਾਕੀ ਹੋਏਗਾ ਸਾਡਾ ਆਪਣਾ ਆਪਾ। ਉਹ ਸਾਡਾ ਆਪਣਾ ਆਪਾ ਹੈ ਆਨੰਦ ਸਵਰੂਪ। ਉਹ ਬਾਹਰੋਂ ਨਹੀਂ ਆਉਣਾ ਜੀ, ਉਹਨੇ ਸਾਡੇ ਅੰਦਰੋਂ ਪ੍ਰਗਟ ਹੋਣਾ। ਅੰਦਰ ਹੈ, ਉਹ ਮੌਜੂਦ ਹੈ, ਲੇਕਿਨ ਅਜੇ ਸਾਡੀ ਸੁਰਤ ਉੱਥੋਂ ਤੱਕ ਨਹੀਂ ਪਹੁੰਚ ਪਾ ਰਹੀ। ਅਜੇ ਅਸੀਂ ਸੁੱਖ ਤੇ ਦੁੱਖ ਦੇ ਨੂੰ ਮਹਿਸੂਸ ਕਰਨ ਵਿੱਚ ਹੀ ਲੱਗੇ ਹੋਏ ਹਾਂ। ਸੁੱਖ ਮਿਲ ਗਿਆ, ਅਸੀਂ ਖੁਸ਼ੀ ਵਿੱਚ ਕਈ ਦਿਨ ਉਹਦੇ ਵਿੱਚ ਹੀ ਨੱਚਦੇ ਟੱਪਦੇ ਰਹਿੰਦੇ ਹਾਂ। ਦੁੱਖ ਆ ਗਿਆ ਤੇ ਕਈ ਵਾਰੀ ਕਈ ਲੋਕ ਜੀ ਸਾਰੀ ਜ਼ਿੰਦਗੀ ਹੀ ਉਸ ਦੁੱਖ ਨੂੰ ਮਹਿਸੂਸ ਕਰਦੇ ਰਹਿੰਦੇ ਨੇ, ਛੱਡਦੇ ਨਹੀਂ ਉਸ ਗੱਲ ਨੂੰ। ਇਹਦਾ ਮਤਲਬ ਇਹੋ ਜਿਹੇ ਲੋਕ ਕਦੇ ਵੀ ਆਨੰਦ ਤੱਕ ਨਹੀਂ ਪਹੁੰਚ ਪਾਣਗੇ। ਆਨੰਦ ਤੱਕ ਪਹੁੰਚਣ ਲਈ ਸਾਨੂੰ ਸੁੱਖ ਤੇ ਦੁੱਖ ਦੋਵਾਂ ਦੇ ਅਨੁਭਵ ਤੋਂ ਆਪਣੀ ਸੁਰਤ ਨੂੰ ਉੱਚਾ ਉਠਾਉਣਾ ਹੋਏਗਾ। ਫਿਰ ਅਸੀਂ ਸੁੱਖ ਤੇ ਦੁੱਖ ਨੂੰ ਛੱਡ ਕੇ ਆਨੰਦ ਨੂੰ ਮਾਣ ਸਕਾਂਗੇ। ਸੁੱਖ ਦੇ ਵਿਪਰੀਤ ਦੁੱਖ ਸ਼ਬਦ ਹੁੰਦਾ ਹੈ, ਦੁੱਖ ਦੇ ਵਿਪਰੀਤ ਸੁੱਖ ਸ਼ਬਦ ਹੁੰਦਾ ਹੈ, ਲੇਕਿਨ ਤੁਸੀਂ ਕਿਸੇ ਡਿਕਸ਼ਨਰੀ ਵਿੱਚ ਪਾਓਗੇ ਕਿ ਆਨੰਦ ਦੇ ਵਿਪਰੀਤ ਕੋਈ ਵੀ ਸ਼ਬਦ ਨਹੀਂ ਮਿਲਦਾ, ਹੈ ਹੀ ਨਹੀਂ, ਕਿਉਂਕਿ ਆਨੰਦ ਪਰਮੇਸ਼ਵਰ ਹੈ। ਪਰਮੇਸ਼ਵਰ ਦੇ ਵਿਪਰੀਤ ਤੁਸੀਂ ਕੀ ਲਿਆਓਗੇ? ਉਹਦੇ ਜਿਹਾ ਕੋਈ ਹੋਰ ਹੈ ਹੀ ਨਹੀਂ ਜਿਸ ਨੂੰ ਉਹਦੇ ਮੁਕਾਬਲੇ ਤੇ ਅਸੀਂ ਉਹਦਾ ਵਿਰੋਧੀ ਖੜਾ ਕਰ ਸਕੀਏ। ਕੋਈ ਹੈ ਹੀ ਨਹੀਂ, ਕੁਛ ਹੈ ਹੀ ਨਹੀਂ। ਇਸ ਲਈ ਆਨੰਦ ਕੇਵਲ ਆਨੰਦ ਹੈ। ਤੇ ਆਨੰਦ ਕਿਵੇਂ ਜਾਣਿਆ ਜਾਂਦਾ ਆਪਾਂ ਸਮਝਦੇ ਹਾਂ।
ਆਪਾਂ ਕਈ ਵਾਰੀ ਨਾ ਜੀ ਗੁਰਬਾਣੀ ਦਾ ਇੱਥੇ ਕੀਰਤਨ ਸੁਣਦੇ ਆ, ਕਥਾ ਸੁਣਦੇ ਆ, ਤੇ ਬਾਅਦ ਵਿੱਚ ਕਈ ਵਾਰੀ ਕਈ ਸੱਜਣ ਸਟੇਜ ਤੋਂ ਉੱਠ ਕੇ ਆਖਦੇ ਨੇ, ਇੱਥੇ ਹੀ ਨਹੀਂ ਪੂਰੀ ਦੁਨੀਆ ਦੇ ਅੰਦਰ, ਸਿੱਖ ਸਮਾਜ ਵਿੱਚ ਹੀ ਨਹੀਂ, ਪੂਰੀ ਦੁਨੀਆ ਦੇ ਧਾਰਮਿਕ ਜਿਹੜੇ ਕਾਰਿਆ ਕਰਮ ਹੁੰਦੇ ਨੇ ਉਹਨਾਂ ਵਿੱਚ ਬਾਅਦ ਵਿੱਚ ਇਹ ਗੱਲ ਆਖੀ ਜਾਂਦੀ ਹੈ, ਸਟੇਜ ਤੋਂ ਬੋਲਣ ਵਾਲਾ ਕਹਿੰਦਾ ਜੀ ਅੱਜ ਕੀਰਤਨ ਦਾ ਬੜਾ ਆਨੰਦ ਆਇਆ ਹੈ, ਅੱਜ ਕਥਾ ਦਾ ਬੜਾ ਆਨੰਦ ਆਇਆ ਹੈ, ਅੱਜ ਫਲਾਣੇ ਬੱਚਿਆਂ ਨੇ ਕੀਰਤਨ ਕੀਤਾ ਹੈ, ਬੜਾ ਆਨੰਦ ਆਇਆ ਹੈ, ਅੱਜ ਤੇ ਜੀ ਬੜਾ ਰਸ ਆਇਆ ਹੈ। ਮੈਂ ਜੀ ਤੁਹਾਡੇ ਵਿੱਚ ਹੀ ਬੈਠਾ ਹੁੰਨਾ ਤੇ ਮੈਂ ਕਈ ਵਾਰੀ ਸੋਚਦਾ ਹੁੰਨਾ ਕਿ ਜਿਹੜੇ ਸੱਜਣ ਆਖ ਰਹੇ ਨੇ ਅੱਜ ਬੜਾ ਆਨੰਦ ਆਇਆ ਹੈ, ਅੱਜ ਬੜਾ ਰਸ ਆਇਆ ਹੈ, ਇਹ ਕਿੰਨੇ ਭਾਗਾਂ ਵਾਲੇ ਲੋਕ ਨੇ ਜਿਨ੍ਹਾਂ ਨੂੰ ਆਨੰਦ ਆ ਗਿਆ, ਜਿਨ੍ਹਾਂ ਨੂੰ ਰਸ ਆ ਗਿਆ। ਮੈਂ ਵੀ ਇੱਥੇ ਬੈਠਾ ਸਾਂ, ਮੈਨੂੰ ਕਿਉਂ ਨਹੀਂ ਆਇਆ? ਇਹ ਜੀ ਸਵਾਲ ਤੁਸੀਂ ਵੀ ਆਪਣੇ ਆਪ ਨੂੰ ਪੁੱਛਣਾ, ਕੋਸ਼ਿਸ਼ ਕਰਨਾ ਵੀ ਇਹ ਬੰਦਾ ਕਹਿ ਰਿਹਾ ਅੱਜ ਫਲਾਣੇ ਰਾਗੀ ਜਥੇ ਨੇ ਕੀਰਤਨ ਕੀਤਾ, ਬੜਾ ਆਨੰਦ ਆ ਗਿਆ ਹੈ, ਵੀ ਉਹਨੂੰ ਇਕੱਲੇ ਨੂੰ ਆਇਆ ਕਿ ਸਾਨੂੰ ਸਾਰਿਆਂ ਨੂੰ ਆਇਆ? ਜੇ ਨਹੀਂ ਆਇਆ ਫਿਰ ਇਹਦਾ ਕਾਰਨ ਲੱਭਣਾ ਕਿ ਸਾਨੂੰ ਕਿਉਂ ਨਹੀਂ ਆਇਆ। ਇਹਦਾ ਮਤਲਬ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਇਹ ਸਿਰਫ ਕਹਿਣ ਦੀਆਂ ਗੱਲਾਂ ਨੇ ਜੀ, ਆਨੰਦ ਆਇਆ ਕਿਸੇ ਨੂੰ ਵੀ ਨਹੀਂ ਹੁੰਦਾ। ਕੋਈ ਵਿਰਲਾ ਮਨੁੱਖ ਇਸ ਪੂਰੀ ਦੁਨੀਆ ਦੇ ਅੰਦਰ ਜਿਸ ਨੂੰ ਆਨੰਦ ਪ੍ਰਾਪਤ ਹੋ ਜਾਂਦਾ ਹੈ। ਸਭਨਾਂ ਨੂੰ, ਟੋਲੀਆਂ ਨੂੰ, ਸਮੂਹ ਨੂੰ ਆਨੰਦ ਕੋਈ ਨਹੀਂ ਆਉਂਦਾ। ਹਾਂ, ਆਤਮਿਕ ਸੁੱਖ ਜ਼ਰੂਰ ਮਿਲਦਾ ਹੈ, ਥੋੜ੍ਹੇ ਸਮੇਂ ਲਈ ਮਨ ਨੂੰ ਸ਼ਾਂਤੀ ਜ਼ਰੂਰ ਮਿਲਦੀ ਹੈ। ਉਸ ਨੂੰ ਆਨੰਦ ਦਾ ਨਾਂ ਦੇ ਦੇਣਾ ਮੈਨੂੰ ਲੱਗਦਾ ਇਹ ਅਗਿਆਨਤਾ ਹੈ। ਉਹਨਾਂ ਨੂੰ ਲੋਕਾਂ ਨੂੰ ਪਤਾ ਹੀ ਨਹੀਂ, ਜਿਹੜੇ ਲੋਕ ਸਟੇਜ ਤੋਂ ਆ ਕੇ ਬੋਲਦੇ ਨੇ ਅੱਜ ਆਨੰਦ ਆ ਗਿਆ, ਉਹਨਾਂ ਨੂੰ ਆਨੰਦ ਦੀ ਸਮਝ ਹੀ ਨਹੀਂ, ਆਨੰਦ ਕਹਿੰਦੇ ਕਿਹਨੂੰ ਨੇ। ਇੱਥੋਂ ਬਾਹਰ ਨਿਕਲਦੇ ਨੇ ਤੇ ਬਾਹਰ ਲੜਾਈ ਦਾ ਮੈਦਾਨ ਉਹਨਾਂ ਹੀ ਲੋਕਾਂ ਨੇ ਸ਼ੁਰੂ ਕੀਤਾ ਹੁੰਦਾ ਹੈ, ਫਿਰ ਉਹ ਆਨੰਦ ਕਿੱਥੇ ਗਿਆ? ਆਪਾਂ ਬਾਹਰ ਜਾਵਾਂਗੇ, ਦੁਨੀਆ ਵਿੱਚ ਵਿਚਰਾਂਗੇ, ਉਹੋ ਹੀ ਦੁਨਿਆਵੀ ਧੰਦੇ, ਉਹੋ ਹੀ ਰੋਣਾ ਪਿੱਟਣਾ, ਉਹੋ ਹੀ ਖੁਸ਼ੀਆਂ ਖੇੜੇ ਸਾਨੂੰ ਪ੍ਰਭਾਵਿਤ ਕਰਦੇ ਨੇ, ਫਿਰ ਆਨੰਦ ਸਾਡਾ ਕਿੱਥੇ ਚਲਾ ਜਾਂਦਾ ਹੈ? ਇਹਦਾ ਮਤਲਬ ਬੜਾ ਹੀ ਸਪਸ਼ਟ ਹੈ ਜੀ, ਸਾਨੂੰ ਆਨੰਦ ਆਇਆ ਹੀ ਨਹੀਂ ਸੀ, ਅਸੀਂ ਐਵੇਂ ਹੀ ਕਹਿ ਰਹੇ ਸਾਂ ਕੁਝ ਨਾ ਕੁਝ। ਆਨੰਦ ਕੀ ਹੈ? ਗੁਰੂ ਸਾਹਿਬ ਜੀ ਆਖਦੇ ਨੇ ਆਨੰਦ ਆਨੰਦ ਸਭ ਕੋ ਕਹੈ। ਅਸੀਂ ਰੋਟੀ ਖਾ ਕੇ ਵੀ ਆਖਦੇ ਨੇ ਜੀ ਬੜਾ ਆਨੰਦ ਆਇਆ, ਅੱਜ ਤੇ ਦਾਲ ਸਬਜ਼ੀ ਬੜੀ ਵਧੀਆ ਬਣੀ ਸੀ, ਆ ਮਿੱਠੀ ਚੀਜ਼ ਬੜੀ ਸਵਾਦਲੀ ਬਣੀ ਸੀ। ਕਿਸੇ ਸਵਾਰੀ ਤੇ ਹੁੰਟਾ ਲੈ ਕੇ ਕਹਿੰਦੇ ਆ ਜੀ ਬੜਾ ਆਨੰਦ ਆ ਗਿਆ। ਕੁਝ ਵੀ ਇਸ ਤਰ੍ਹਾਂ ਦਾ ਮਹਿਸੂਸ ਕਰਕੇ ਕਹਿੰਦੇ ਬੜਾ ਆਨੰਦ ਆ ਗਿਆ। ਗੁਰੂ ਅਮਰਦਾਸ ਜੀ ਦਾ ਮੰਨਣਾ ਹੈ ਇਹ ਆਨੰਦ ਲੋਕੀ ਐਵੇਂ ਹੀ ਆਖੀ ਜਾਂਦੇ ਨੇ, ਕਿਸੇ ਨੂੰ ਵੀ ਨਹੀਂ ਆਇਆ। ਜਿਸ ਕਿਸੇ ਨੂੰ ਆਨੰਦ ਆਇਆ, ਆਨੰਦ ਗੁਰੂ ਤੇ ਜਾਣਿਆ। ਉਹ ਆਨੰਦ ਕੇਵਲ ਗੁਰੂ ਪਾਸੋਂ ਮਿਲਦਾ ਹੈ, ਤੇ ਗੁਰੂ ਨੇ ਕੋਈ ਆਨੰਦ ਦੀ ਦੁਕਾਨ ਨਹੀਂ ਪਾਈ ਕਿ ਤੁਸੀਂ ਮੁੱਲ ਖਰੀਦ ਲੋਗੇ ਪੈਸੇ ਪਾ ਕੇ ਗੋਲਕ ਵਿੱਚ। ਐਸਾ ਕੁਝ ਨਹੀਂ ਜੇ ਹੋਣ ਵਾਲਾ। ਆਨੰਦ ਹਮੇਸ਼ਾ ਉਸ ਵਿਅਕਤੀ ਨੂੰ ਮਿਲਿਆ ਜਿਸ ਵਿਅਕਤੀ ਨੇ ਗੁਰੂ ਦੇ ਬਚਨਾਂ ਤੇ ਪਹਿਰਾ ਦਿੱਤਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸੇ ਹੀ ਬਾਣੀ ਵਿੱਚ ਸਾਨੂੰ ਬਾਖੂਬੀ ਇਹ ਗੱਲ ਸਮਝਾਈ ਏ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਇਹ ਆਨੰਦ ਐਵੇਂ ਨਹੀਂ ਜੇ ਮਿਲਦਾ, ਇਹ ਤੇ ਤਨ ਮਨ ਧਨ ਸਾਰਾ ਹੀ ਗੁਰੂ ਨੂੰ ਸੌਂਪਣਾ ਪੈਂਦਾ। ਇਹ ਨਹੀਂ ਕਿ ਗੁਰੂ ਦੇ ਨਾਂ ਅਸੀਂ ਜਾ ਕੇ ਉਹ ਬੈਂਕ ਅਕਾਊਂਟ ਕਰਵਾ ਦੇਣਾ, ਐਸਾ ਕੁਝ ਨਹੀਂ। ਸਮਰਪਿਤ ਦੀ ਭਾਵਨਾ ਪੈਦਾ ਕਰਨੀ ਅੰਦਰੋਂ, ਕੇਵਲ ਗੱਲਾਂ ਨਾਲ ਨਹੀਂ ਕਹਿਣਾ ਕਿ ਸਭ ਕੁਝ ਗੁਰੂ ਦਾ ਹੀ ਹੈ, ਇਹ ਨਹੀਂ। ਜੇ ਗੁਰੂ ਦਾ ਹੀ ਹੈ ਸਭ ਕੁਝ, ਤੇ ਜਦੋਂ ਕੁਝ ਪ੍ਰਾਪਤ ਹੁੰਦਾ ਤੁਹਾਨੂੰ ਖੁਸ਼ੀ ਕਿਉਂ ਹੁੰਦੀ? ਇਹ ਤਾਂ ਗੁਰੂ ਦਾ ਸੀ, ਤੁਸੀਂ ਕਿਉਂ ਖੁਸ਼ ਹੋ ਰਹੇ ਹੋ? ਤੇ ਜਦੋਂ ਕੁਝ ਜਾਂਦਾ ਏ ਇਹ ਤੇ ਗੁਰੂ ਦਾ ਹੀ, ਤੁਸੀਂ ਕਿਉਂ ਰੋ ਰਹੇ ਹੋ? ਇਹਦਾ ਮਤਲਬ ਹੈ ਗੁਰੂ ਦਾ ਕੁਝ ਵੀ ਨਹੀਂ ਸੀ, ਸਭ ਕੁਝ ਹੀ ਸਾਡਾ ਸੀ। ਇਹ ਗੱਲਾਂ ਜੀ ਸਮਝਣ ਵਾਲੀਆਂ ਨੇ, ਸਾਡੇ ਜੀਵਨ 'ਚ ਕੰਮ ਆਉਣਗੀਆਂ ਜੇ ਤੁਸੀਂ ਧਿਆਨ ਵਿੱਚ ਇਹਨਾਂ ਨੂੰ ਬਣਾ ਲਓਗੇ ਤਾਂ।
ਇਹਦਾ ਮਤਲਬ ਅਸੀਂ ਜ਼ੁਬਾਨੀ ਕਲਾਮੀ ਕਹਿ ਰਹੇ ਸਾਂ, ਦੰਦ ਕਥਾ ਕਰ ਰਹੇ ਸਾਂ ਕਿ ਜੀ ਇਹ ਵੇਖੋ ਇਹ ਸਭ ਕੁਝ ਗੁਰੂ ਦਾ ਹੀ ਦਿੱਤਾ ਹੋਇਆ ਸਾਡੇ ਕੋਲ। ਗੁਰੂ ਦਾ ਦਿੱਤਾ ਹੋਇਆ ਜੇ ਵਿੱਚੋਂ ਚਲਾ ਗਿਆ ਫਿਰ ਕਿਉਂ ਦੁਖੀ ਹੋ ਰਹੇ ਹੋ? ਇਹ ਤੇ ਗੁਰੂ ਦਾ ਹੀ ਸੀ। ਇਹਦਾ ਮਤਲਬ ਇਹ ਅਸੀਂ ਐਵੇਂ ਹੀ ਕਹਿ ਰਹੇ ਸਾਂ, ਝੂਠਾ ਹੀ ਕਹਿ ਰਹੇ ਸਾਂ, ਸੱਚ ਨਹੀਂ ਸਾਂ ਬੋਲ ਰਹੇ। ਆਨੰਦ ਗੁਰੂ ਤੇ ਜਾਣਿਆ, ਆਨੰਦ ਦੀ ਸਮਝ ਆਉਣੀ ਏ ਜਿੱਦਣ ਗੁਰੂ ਨੂੰ ਅਸੀਂ ਆਪਣਾ ਆਪਾ ਸਮਰਪਿਤ ਕਰ ਦਿੱਤਾ। ਗੁਰੂ ਕੀ ਕਰਦੇ ਨੇ? ਬਖਸ਼ੀਸ਼ ਵਜੋਂ ਮਿਲ ਏਕ ਨਾਮ, ਸੂਖ ਸਹਿਜ ਆਨੰਦ ਬਿਸਰਾਮ। ਆਨੰਦ ਕੀ ਹੈ? ਜਦੋਂ ਗੁਰੂ ਦੀ ਕਿਰਪਾ ਪਾ ਕੇ ਬਖਸ਼ੀਸ਼ ਵਜੋਂ, ਬਖਸ਼ੀਸ਼ ਦੇ ਤੌਰ ਤੇ ਜਦੋਂ ਕਿਸੇ ਮਨੁੱਖ ਨੂੰ ਇੱਕ ਨਾਮ ਮਿਲ ਜਾਂਦਾ ਹੈ, ਉਦੋਂ ਉਹਨੂੰ ਅੰਦਰੋਂ ਆਨੰਦ ਉਹਦੇ ਅੰਦਰੋਂ ਪ੍ਰਗਟ ਹੋ ਜਾਂਦਾ ਹੈ। ਕੱਲਾ ਆਨੰਦ ਨਹੀਂ, ਸੂਖ ਸਹਿਜ ਆਨੰਦ ਬਿਸਰਾਮ। ਇਹ ਤਿੰਨ ਚੀਜ਼ਾਂ ਨੇ, ਤਿੰਨ ਅਨੁਭਵ ਨੇ। ਸੁੱਖ ਦਾ ਅਨੁਭਵ ਜਿਹੜਾ ਮੁੜ ਕੇ ਦੁੱਖ ਵਿੱਚ ਤਬਦੀਲ ਨਹੀਂ ਹੁੰਦਾ। ਉਸ ਸਹਿਜ ਦਾ ਅਨੁਭਵ ਜਿਸ ਸਹਿਜ ਵਿੱਚ ਜਾ ਕੇ ਮੁੜ ਡਾਵਾਂ ਡੋਲ ਮਨ ਦੀ ਸਥਿਤੀ ਨਹੀਂ ਹੁੰਦੀ। ਆਨੰਦ ਬਿਸਰਾਮ ਉਸ ਵਿਅਕਤੀ ਦੇ ਅੰਤःਕਰਨ ਵਿੱਚ ਸੁਖ, ਸਹਿਜ ਤੇ ਆਨੰਦ ਡੇਰੇ ਲਗਾ ਲੈਂਦਾ ਹੈ। ਉਹਦਾ ਵਿਸ਼ਰਾਮ ਅੰਦਰ ਉਹ ਟਿਕ ਜਾਂਦਾ ਹੈ। ਕਦੋਂ ਟਿਕਦਾ ਹੈ? ਜਦੋਂ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਮਨੁੱਖ ਨੂੰ ਨਾਮ ਮਿਲ ਜਾਏ, ਉਸ ਤੋਂ ਪਹਿਲਾਂ ਨਹੀਂ। ਸੋ ਇਹ ਹੈ ਆਨੰਦ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਆਨੰਦ ਇੱਕ ਆਤਮਿਕ ਅਵਸਥਾ ਹੈ, ਮਾਨਸਿਕ ਨਹੀਂ। ਇਹ ਗੱਲ ਧਿਆਨ 'ਚ ਰੱਖਣ ਵਾਲੀ ਹੈ। ਜਦੋਂ ਕੋਈ ਮਨੁੱਖ ਆਪਣੀ ਆਤਮਾ ਦਾ ਦਰਸ਼ਨ ਕਰਦਾ ਹੈ, ਸਾਡੀ ਨਾ ਬਹੁ ਗਿਣਤੀ ਲੋਕਾਂ ਦੀ, ਅਸੀਂ ਸਰੀਰਕ ਤਲ ਤੇ ਜਿਉਂਦੇ ਹਾਂ। ਸਰੀਰ ਨੂੰ ਸੁੱਖ ਮਿਲਦਾ, ਸਰੀਰ ਨੂੰ ਦੁੱਖ ਮਿਲਦਾ, ਸਰੀਰ ਕਰਕੇ ਅਸੀਂ ਸਾਰਾ ਕੁਝ ਕਰਦੇ ਹਾਂ। ਬਹੁਤ ਥੋੜੇ ਲੋਕ ਨੇ ਜਿਹੜੇ ਮਨ ਦੇ ਤਲ ਤੇ ਜਿਉਂਦੇ ਨੇ। ਉਹ ਸਰੀਰਕ ਸੁੱਖਾਂ ਦੁੱਖਾਂ ਤੋਂ ਉੱਚੇ ਉੱਠ ਕੇ ਉਹ ਮਾਨਸਿਕ ਹਾਲਤ ਉਹਦੀ ਕੀ ਹੈ ਉਸ ਨੂੰ ਉਹ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਨੇ। ਤੇ ਕਿਤੇ ਦੁਨੀਆ ਵਿੱਚ ਵਿਰਲਾ ਕੋਈ ਮਨੁੱਖ ਹੈ ਜਿਹੜਾ ਆਤਮ ਤਲ ਤੇ ਜਿਉਂਦਾ ਹੈ, ਜਿਹਨੂੰ ਆਤਮਾ ਦਾ ਅਨੁਭਵ ਹੋਇਆ ਹੈ, ਜਿਹਨੇ ਆਤਮਾ ਦਾ ਦੀਦਾਰ ਕੀਤਾ ਹੈ। ਉਹ ਫਿਰ ਸਰੀਰਕ ਸੁੱਖਾਂ ਦੁੱਖਾਂ ਤੋਂ, ਮਾਨਸਿਕ ਸੁੱਖਾਂ ਦੁੱਖਾਂ ਤੋਂ ਉੱਚਾ ਉੱਠ ਕੇ ਆਤਮਾ ਦੇ ਤਲ ਤੇ ਜਿਉਂਦਾ ਹੈ। ਉਸ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਆਨੰਦ ਬਾਹਰੋਂ ਕਿਤੋਂ ਨਹੀਂ ਆਉਂਦਾ, ਆਨੰਦ ਸਾਡੇ ਅੰਦਰ ਹੈ। ਗੁਰਬਾਣੀ ਵਿੱਚ ਇਹ ਬਚਨ ਲਿਖੇ ਹੋਏ ਨੇ ਜੀ, ਅੰਤਰ ਕੂਵਟਾ ਅੰਮ੍ਰਿਤ ਭਰਿਆ, ਸ਼ਬਦੈ ਕਾਢ ਪੀਐ ਪਨਿਹਾਰੀ। ਪਾਣੀ ਭਰਨ ਵਾਲੀ ਜਿਵੇਂ ਲੱਜ ਤੇ ਬਾਲਟੀ ਬੰਨ੍ਹ ਕੇ ਖੂਹ ਵਿੱਚੋਂ ਪਾਣੀ ਕੱਢਦੀ ਏ, ਇਸ ਤਰ੍ਹਾਂ ਸਾਡੇ ਅੰਦਰ ਅੰਮ੍ਰਿਤ ਦਾ ਕੁੰਡ ਹੈ, ਭਰਿਆ ਹੋਇਆ ਹੈ। ਉਹਦੇ ਚੋਂ ਕੱਢ ਕੇ ਪੀਣਾ ਕਿਵੇਂ? ਸ਼ਬਦੈ ਕਾਢ ਪੀਐ ਪਨਿਹਾਰੀ। ਸ਼ਬਦ ਦੀ ਲੱਜ ਬਣਾਉਣੀ ਹੈ, ਸ਼ਬਦ ਦੇ ਨਾਲ ਬਾਰ-ਬਾਰ ਅਭਿਆਸ ਕਰਨਾ, ਫਿਰ ਅੰਦਰੋਂ ਅੰਮ੍ਰਿਤ ਪੈਦਾ ਹੁੰਦਾ ਹੈ। ਜਦੋਂ ਉਹ ਪੈਦਾ ਹੋਏਗਾ ਉਦੋਂ ਤੁਸੀਂ ਆਨੰਦ ਮਾਣੋਗੇ। ਉਸ ਤੋਂ ਪਹਿਲਾਂ ਕੋਈ ਆਨੰਦ ਨਹੀਂ ਜੀ, ਪਹਿਲਾਂ ਆਨੰਦ ਦੀਆਂ ਗੱਲਾਂ ਹੀ ਹਨ। ਸੋ ਅਗਲਾ ਬਚਨ ਆਪਾਂ ਸੰਖੇਪ ਵਿੱਚ ਕਰਦੇ ਹਾਂ ਜੀ। ਆਨੰਦ ਪ੍ਰਾਪਤੀ ਦਾ ਸਾਧਨ ਕੀ ਹੈ? ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਿਧਾ ਬਿਨ ਸਜਾਏ, ਹਰ ਪਰਮ ਪਦ ਲਹੀਐ। ਜਿਸ ਨੂੰ ਮਿਲਣ ਕਰਕੇ ਮਨ ਵਿੱਚ ਆਨੰਦ ਪੈਦਾ ਹੋ ਜਾਏ, ਯਾਨੀ ਮਨੁੱਖ ਆਤਮ ਤਲ ਤੇ ਚਲਾ ਜਾਏ, ਸਰੀਰ ਤੇ ਮਨ ਤੋਂ ਉੱਚਾ ਉੱਠ ਜਾਏ। ਇਹ ਨਾ ਸਮਝਣਾ ਕਿ ਮਨ ਵਿੱਚ ਆਨੰਦ ਹੁੰਦਾ ਹੈ। ਅਸਲ ਵਿੱਚ ਉਸ ਅਵਸਥਾ ਵਿੱਚ ਜਾ ਕੇ ਨਾ ਮਨ ਖਤਮ ਹੋ ਜਾਂਦਾ, ਜਾਂ ਇਸ ਤਰ੍ਹਾਂ ਆਖੀਏ ਮਨ ਹੀ ਆਤਮ ਸਵਰੂਪ ਬਣ ਜਾਂਦਾ ਹੈ। ਮਨ ਤੇ ਆਤਮਾ ਉੱਥੇ ਦੋ ਨਹੀਂ ਰਹਿ ਜਾਂਦੇ। ਜਿੱਥੇ ਜਾ ਕੇ ਗੁਰੂ ਜੀ ਆਖਦੇ ਨੇ, ਮਨ ਤੂੰ ਜੋਤ ਸਰੂਪ ਹੈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ।
ये मन ले जो उन मन रहे तो तीन लोक की बातें कहे। ये मन ही रब दा स्वरूप हो निबड़दा है जदों गुरु दे आखे लगदा है। जिस मिलिया मन होए आनंद सो सतगुरु कहिए। वो सतगुरु अखवाउण दा हकदार है व्यक्ति जिस नूं मिलने करके कोई मनुख आत्मा की अनुभूति कर लवे। उस अवस्था विच मन की दुबदा बिन सजाए दुचित्तापन चला जाता है। परम पदवी की प्राप्ति हो जाती है जिस नूं गुरु अर्जन देव महाराज जी ने आख्या आसा मनसा दो विनासत त्रेहे गुण आस निराश भई। आसा मनसा इच्छावां मन दे फुरने ये दोवें बिन सजांदे ने। ना कोई इच्छा रह जाती है ना कोई मन का फुरना रह जाता है। मन निर्विचार हो जाता है। त्रेह गुण तीन गुण ने माया दे रजो गुण तमो गुण सतो गुण। इन्हां तिन्नां गुणां तो मनुख उच्चा उठ जाता है। तुरिया अवस्था विच चला जाता है। जागत सुपन सुखोपत तुरिया आत्म भूपत कीए पुरिया। तुरिया अवस्था गुरमुख लही है। तुरिया अवस्था विच गुरु की किरपा सदका मनुख पहुँच जाता है जिसने संत सभा की ओट लही। संत सभा कित्थे आ? इहो ही संत सभा जिथे आपां हुण बैठे हाँ। इत्थे 35 गुरु संत बैठे हुए ने जिन्हां दी सभा विच आपां मिल के रल के बैठे उन्हां दे पवित्र बचनां नूं समझ रहे हाँ। उन्हां दे पवित्र बचनां दा कीर्तन सुणदे हाँ। इहो ही संत सभा है ते ये सभा ही आनंद प्राप्ति का साधन है। इस सभा तो बिना कदी किसी मनुख नूं आनंद की प्राप्ति नहीं हो सकती। गुरु तो बिना संत तो बिना कौन सानू रस्ता विखाएगा कि तेरे अंदर एक अमृत का कुंड अमृत का खूह भरिया होया है। कौन दसेगा उस संत तो बिना? कौन दसेगा गुरु तो बिना? सो जी आपां इत्थे ही अज दी गल समाप्त करते हाँ। अगे एक पॉइंट जिहड़ा अपना रह गया है वो है आनंद बाणी दीयां सिक्ख्यावां जिहड़ियां सानू गुरु जी बार बार समझा रहे ने ते जिन्हां ते चल के असी गुरु दे चरनां नाल जुड़ना है ते गुरु दे चरनां नाल जुड़ के सानू आनंद की प्राप्ति होनी है। इत्थों आपां फिर अगले ऐतवार गल शुरू करांगे। अज तुसी बड़े प्यार नाल बैठ के गुरबाणी दे विचार श्रवण कीते ने। आप सारी संगत दा बहुत बहुत धन्नवाद करदा हाँ जी। यतन करिया करो, टाइम नाल आया करो ताकि सानू पता लग सके कि असी किस विचार नूं लैके गल शुरू कीती है ते उस विचार दा सिट्टा की निकलदा है। सो जे असी अध विचाले जे आउणे आ ते कई वारी पता नहीं लगता कि गल शुरू कित्थों होई सी ते गल खत्म कित्थे होई है। भावें जदों भी आईए लाभ है, कोई नुकसान नहीं। लेकिन मैं जिवें पहलां आप जी नूं बेनती कीती है, पूरा लाभ सानू तां ही हुंदा है जे असी सही ढंग नाल, जिवें तुसी स्कूल विच जांदे हो, कदी वेखिआ कि विद्यार्थी क्लास दे अध विच आया होवे जां क्लास खत्म होण वाली होवे ते उदों आया होवे? टीचर ते बूहा बंद कर लैंदे ने। कोई लेट आवे बच्चा ते उहनूं कहंदे ने अज बाहर ही रह तूं, अगली क्लास विच आई हुण। पर साडा तां जी ढंग ही होर तर੍ਹਾਂ ਦਾ बन गया है। अखां बंद कीतियां ने, कोई आ रहा कोई जा रहा, एक क्लास लगी है। इहनूं समझण दी लोड़ है जी सानू सबनां नूं, मैनूं भी तुहानूं भी। ये साडी एक गुरमत दी क्लास है। इस क्लास नूं क्लास दी तरह ही लेना चाहिए है। नोट्स बनाने चाहिए ने, उन्हां ते जाके घर विच गौर फरमाना चाहिए, ध्यान देना चाहिए, तवज्जो देनी चाहिए है। खाली हथ तुरे आए थे रुपये दे के चले गए, की असी कर की रहे हैं? ये जी समझण दी लोड़ इन्हां गल्लां नूं। बाकी जो आपां करदे हैं सारा बहुत चंगा है, माड़ा कुछ नहीं कर रहे, लेकिन इस नूं होर चंगा कीता जा सकदा है। आपां होर चंगा बनाउण दी कोशिश करिए। जिवें जिवें आपां चंगा बनाउण दी कोशिश करांगे, वो चंगा साडा अंदरला बनना शुरू हो जाएगा।
ਜਿਵੇਂ ਜਿਵੇਂ ਅੰਦਰਲਾ ਚੰਗਾ ਬਣੇਗਾ ਤਿਵੇਂ ਤਿਵੇਂ ਕਦੀ ਆਨੰਦ ਵੀ ਮਾਣ ਸਕਾਂਗੇ। ਸੋ ਅੱਜ ਤੁਸੀਂ ਇੰਨੇ ਕੁ ਬਚਨ ਪ੍ਰਵਾਨ ਕਰਨਾ ਜੀ। ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।